ਸਤਿ ਸ਼੍ਰੀ ਅਕਾਲ। ਨਵਾਂ ਪੰਜਾਬ 'ਚ ਤੁਹਾਡਾ ਸਾਰਿਆਂ ਦਾ ਸਵਾਗਤ। ਜੀ ਆਇਆਂ। ਮੈਂ ਹਾਂ ਨਵਨੀਤ ਸਿੰਘ ਬਦਵਾ, ਨਵੀਂ ਸਵੇਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਮਨਰੇਗਾ ਦਾ ਨਾਂ ਬਦਲਣ ਨੂੰ ਲੈ ਕੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਲਗਾਤਾਰ ਸਿਆਸਤ ਹੋ ਰਹੀ ਹੈ ਔਰ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਇਸ ਨੂੰ ਲੈ ਕੇ ਸੱਦਿਆ ਗਿਆ ਹੈ। ਪਰ ਕੀ ਪੰਜਾਬ ਸਰਕਾਰ ਹੁਣ ਇੱਕ ਨਵੇਂ ਮਸਲੇ ਦੇ ਵਿੱਚ ਫਸਣ ਜਾ ਰਹੀ ਹੈ ਜਾਂ ਕਹਿ ਲਈਏ ਕਿ ਪੰਜਾਬ ਦੇ ਵਿੱਚ ਇੱਕ ਵੱਡੇ ਕਰਪਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵੱਡਾ ਕਰਪਸ਼ਨ ਕਿਹੜਾ ਹੈ, ਕਿੱਥੇ ਆਖਿਰਕਾਰ ਇਹ ਵੱਡਾ ਘੁਟਾਲਾ ਹੋਇਆ ਹੈ ਔਰ ਕਿਵੇਂ ਪੁਰਾਣੀਆਂ ਗਲਤੀਆਂ ਦੀ ਤਰ੍ਹਾਂ ਹੁਣ ਵੀ ਕੇਂਦਰ ਦੇ ਪੈਸੇ ਨੂੰ ਕਿਸੇ ਹੋਰ ਥਾਂ ਤੇ ਵਰਤ ਲਿਆ ਗਿਆ, ਜਿਸ ਨੂੰ ਲੈ ਕੇ ਵੱਡੇ ਘੁਟਾਲੇ ਦੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਨੇ। ਇੱਕ ਅਹਿਮ ਖੁਲਾਸਾ ਅੱਜ ਕੇਂਦਰੀ ਮੰਤਰੀ ਵੱਲੋਂ ਕੀਤਾ ਗਿਆ ਹੈ। ਇਹ ਕੇਂਦਰੀ ਮੰਤਰੀ ਸਵਾਲ ਖੜੇ ਕਰ ਰਹੇ ਨੇ ਪੰਜਾਬ ਸਰਕਾਰ ਤੇ। ਇਹ ਕੇਂਦਰੀ ਮੰਤਰੀ ਸਵਾਲ ਖੜੇ ਕਰ ਰਹੇ ਨੇ ਪੈਸਿਆਂ ਦੀ ਗੜਬੜ ਦੇ। ਇਹ ਕੇਂਦਰੀ ਮੰਤਰੀ ਇਹ ਵੀ ਕਹਿ ਰਹੇ ਨੇ ਕਿ ਅਸੀਂ ਕੇਂਦਰ ਦੀਆਂ ਟੀਮਾਂ ਜਾਂਚ ਲਈ ਭੇਜੀਆਂ, ਉਹਦੇ 'ਚ ਗੜਬੜ ਸਾਹਮਣੇ ਆਈ, ਪੰਜਾਬ ਸਰਕਾਰ ਨੂੰ ਕਿਹਾ ਗਿਆ ਕਾਰਵਾਈ ਕਰੋ, ਪਰ ਪੰਜਾਬ ਸਰਕਾਰ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਕਾਰਵਾਈ ਤਾਂ ਸਗੋਂ ਕੀ ਕਰਨੀ ਸੀ, ਪੰਜਾਬ ਸਰਕਾਰ ਹੁਣ ਇਸ ਪੂਰੇ ਮਾਮਲੇ ਤੇ ਸਿਆਸਤ ਕਰ ਰਹੀ ਹੈ। ਉਹ ਮਸਲਾ ਹੈ ਕਿ ਕਿੰਨਾ ਵੱਡਾ ਘੁਟਾਲਾ ਹੈ। ਮਸਲਾ ਦਰਅਸਲ ਮਨਰੇਗਾ ਨੂੰ ਲੈ ਕੇ ਹੀ ਹੈ। ਮਨਰੇਗਾ ਦਾ ਨਾਮ ਬਦਲਣ ਨੂੰ ਲੈ ਕੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ। ਮਨਰੇਗਾ ਤੋਂ ਜੀ ਰਾਮ ਜੀ ਨੂੰ ਕੀਤਾ ਗਿਆ, ਇਹਦੇ ਪ੍ਰਾਰੂਪ 'ਚ ਬਦਲਾਅ ਕੀਤੇ ਗਏ, 100 ਦਿਨ ਦੇ ਰੋਜ਼ਗਾਰ ਨੂੰ 125 ਦਿਨ ਕੀਤਾ ਗਿਆ। ਪਰ ਸਭ ਤੋਂ ਵੱਡਾ ਸਵਾਲ ਜਿਹੜਾ ਹੈ ਉਹ ਹੈ ਕਿ ਕੀ ਜੋ ਪਹਿਲਾਂ 100% ਮਤਲਬ ਆਲਮੋਸਟ 100% ਸੀ, ਕਿਉਂਕਿ ਮਜ਼ਦੂਰੀ ਸਾਰੀ ਕੇਂਦਰ ਸਰਕਾਰ ਦੀ ਹੁੰਦੀ ਸੀ, ਜਿਹੜਾ ਮਟੀਰੀਅਲ ਹੁੰਦਾ ਸੀ ਉਹਦੇ 25% ਹਿੱਸਾ ਸਟੇਟ ਗਵਰਨਮੈਂਟ ਪਾਉਂਦੀ ਸੀ, ਜੋ ਵੀ ਕਈ ਕੰਮ ਹੁੰਦਾ ਸੀ, ਔਰ ਉਹ 25% ਜੇ ਓਵਰਆਲ ਲਾਓ ਤੇ 10% ਦੇ ਆਸ-ਪਾਸ ਬਣਦਾ ਸੀ, ਯਾਨੀ ਕਿ 90-10 ਦਾ ਰੇਸ਼ੋ ਹੁੰਦਾ ਸੀ। ਪਰ ਹੁਣ ਇਸ ਨਵੇਂ ਪ੍ਰਾਰੂਪ ਦੇ ਵਿੱਚ ਉਹਨੂੰ 60-40 ਕਰ ਦਿੱਤਾ ਗਿਆ, ਜਿਸ ਦਾ ਕਿ ਵਿਰੋਧ ਕੀਤਾ ਜਾ ਰਿਹਾ। ਹੋਰ ਵੀ ਕਈ ਅਜਿਹੇ ਮਸਲੇ ਨੇ, ਮੈਂ ਇੱਕ ਡਿਟੇਲ ਚਰਚਾ ਇਹਦੇ ਤੇ ਪਹਿਲੇ ਕਰ ਚੁੱਕਿਆ। ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ, ਇਹਦੇ ਖਿਲਾਫ ਇੱਕ ਮਤਾ ਲੈ ਕੇ ਆਣਾ। ਪਰ ਹੁਣ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਸਵੇਰੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡੀ ਗੱਲ ਕਹਿਤੀ, ਵੱਡਾ ਧਮਾਕਾ ਕਰਤਾ। ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਘੁਟਾਲਾ ਹੋਇਆ। ਕਹਿੰਦਾ ਸਾਨੂੰ ਕਈ ਮਜ਼ਦੂਰਾਂ ਤੇ ਮਜ਼ਦੂਰ ਯੂਨੀਅਨਸ ਨੇ ਆ ਕੇ ਇਹਦੀ ਸ਼ਿਕਾਇਤ ਕੀਤੀ ਸੀ। ਉਹ ਤੇ ਇਹ ਤਾਂ ਕਹਿ ਰਹੇ ਸੀ ਕਿ ਸਾਨੂੰ ਮਜ਼ਦੂਰੀ ਨਹੀਂ ਮਿਲ ਰਹੀ। ਉਹ ਇਹ ਵੀ ਕਹਿੰਦੇ ਨੇ ਕਿ ਕਈ ਥਾਵਾਂ ਤੇ ਮਨਰੇਗਾ ਦਾ ਪੈਸਾ ਵਰਤ ਲਿਆ ਗਿਆ, ਜੋ ਕਿ ਨੋਰਮਸ ਨਹੀਂ ਕਹਿੰਦੇ। ਇਹ ਠੀਕ ਉਸੇ ਤਰ੍ਹਾਂ ਦਾ ਹੈ ਜਿਵੇਂ ਸਾਡਾ ਰੂਰਲ ਡਿਵੈਲਪਮੈਂਟ ਫੰਡ ਰੁਕਿਆ ਹੋਇਆ ਹੈ, ਜਿਵੇਂ ਸਾਡਾ NHM ਦਾ ਪੈਸਾ ਰੁਕਿਆ ਸੀ ਕਿ ਪੈਸਾ ਆਇਆ ਕਿਸੇ ਹੋਰ ਕੰਮ ਲਈ ਸੀ, ਵਰਤ ਕਿਸੇ ਹੋਰ ਜਗ੍ਹਾ ਗਿਆ। ਔਰ ਇਹੀ ਰੇੜਕਾ ਹੁਣ ਤੱਕ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਨੇ, ਜਿਹਦੇ 'ਚ ਲਗਾਤਾਰ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਇੰਨੇ ਹਜ਼ਾਰ ਕਰੋੜ ਪੰਜਾਬ ਸਰਕਾਰ ਕੋਲ SDRF ਦਾ ਪਿਆ ਹੈ, ਸਟੇਟ ਡਿਜ਼ਾਸਟਰ ਰਿਲੀਫ ਫੰਡ ਪਿਆ ਹੈ, ਪਰ ਉਹ ਵਰਤਿਆ ਨਹੀਂ ਜਾ ਰਿਹਾ। ਕਿੱਥੇ ਉਹ ਪੈਸਾ? ਇਹ ਸਵਾਲ ਵੀ ਕੇਂਦਰ ਸਰਕਾਰ ਨੇ ਚੱਕੇ। ਪਰ ਹੁਣ ਮਨਰੇਗਾ ਵਾਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਸਵਾਲ ਵੱਡੇ ਹੋ ਗਏ ਨੇ ਕਿ ਆਖਿਰਕਾਰ ਪੰਜਾਬ 'ਚ ਚੱਲ ਕੀ ਰਿਹਾ। ਹੁਣ ਇਹਦੇ 'ਚ ਸਵਾਲ ਹੈ ਕਿ ਪੰਜਾਬ ਸਰਕਾਰ ਇਹਦੇ ਤੇ ਕੀ ਜਵਾਬ ਦਿੰਦੀ ਹੈ। ਕੋਸ਼ਿਸ਼ ਤਾਂ ਹੈ ਕਿ ਹੁਣ ਸੈਸ਼ਨ ਦੇ ਵਿੱਚ ਹੀ ਜਵਾਬ ਦੇਣਾ ਚਾਹੀਦਾ, ਪਰ ਕੀ ਸੈਸ਼ਨ ਸਿਰਫ ਖਾਣਾ ਪੂਰਤੀ ਲਈ ਹੋਏਗਾ? ਗੰਭੀਰ ਇਲਜ਼ਾਮ ਕੇਂਦਰੀ ਮੰਤਰੀ शिवराज चौहान ने लाए ने। मैं एक बार पहले वो बयान सुनवा के फिर ਇਹਦੇ ਤੇ चर्चा करूंगा कि आखिरकार की कुछ किया शिवराज सिंह चौहान ने। सड़क की सफाई और नहरों की सफाई के नाम पर पैसा निकाल लिया गया, ओवर एस्टिमेट बनाए गए, फिर केंद्रीय टीम ने जांच की और वसूली की अनुशंसा की कि इतनी राशि का गबन हुआ है, उसकी वसूली भी नहीं की। जिनने ये भ्रष्टाचार किया, दिशा निर्देशों का पालन नहीं किया, उनके खिलाफ कोई कार्रवाई नहीं हुई। कई अपात्र गतिविधियां जो मनरेगा में अलाउड ही नहीं थी, झाड़ी सफाई, मिट्टी भराव, नहर निर्माण, कुछ तो भी कर दिया। अनियमित व्यय किया है। मजदूर वहां शिकायत कर रहे हैं कि हमें तो मजदूरी मिलती नहीं। अब भ्रष्टाचार दूर करने के लिए काम नहीं करते, अगर पकड़ा जाता तो कार्रवाई नहीं करते, और संसद में प्रस्ताव पारित करने की बात, विधानसभा में कानून के खिलाफ प्रस्ताव पारित करने की बात करते हैं। ये अलोकतांत्रिक है। हम इसकी घोर इस सोच की मैं निंदा करता हूं। योजना को लेके
सरकार सारी स्थितियां स्पष्ट कर रही है। ये बहुत उपयोगी योजना है। प्रधानमंत्री जी को मैं इस कानून और योजना के लिए बधाई देता हूं और विपक्षी दलों के मित्रों से यह आग्रह करना चाहता हूं कि अंध विरोध करने के बजाय इस योजना का उपयोग राज्य के मजदूरों के हित में करें। सो शिवराज सिंह चौहान साफ तौर पर कह रहे हैं कि कई काम किए गए, बिल नहीं किए गए, ਅਸੀਂ ਆਡਿਟ ਨਹੀਂ किया, ਆਡਿਟ नहीं कराया गया, ਰਿਪੋਰਟਾਂ नहीं सबमिट ਕੀਤੀਆਂ ਗਈਆਂ, ਕਈ ਕੰਮ ਅਜਿਹੇ ਕਰਾ ਲਏ ਗਏ, ਨਹਿਰਾਂ ਦੀ ਸਫਾਈ ਦਾ, ਸੜਕਾਂ ਦੀ ਸਫਾਈ ਦਾ ਜਾਂ ਹੋਰ ਕਈ ਜਿਹੜੇ ਕਿ ਨੋਰਮਸ ਨਹੀਂ ਕਹਿੰਦੇ ਸੀ। ਹੁਣ ਸਵਾਲ ਵੱਡਾ ਹੈ ਕਿ ਵਾਕਈ ਇਹ ਵੱਡਾ ਘਪਲਾ ਹੈ ਜਾਂ ਸਾਡੀ ਸਰਕਾਰ ਨਵੀਂ ਹੈ, ਕਿਉਂਕਿ ਪਹਿਲੀ ਵਾਰ ਬਣੀ ਹੈ। ਦਿੱਲੀ ਤੇ ਇੱਕ ਮਿਊਨਿਸਪਲ ਕਮੇਟੀ ਵਰਗਾ ਸੀ ਜਿੱਥੇ ਸਰਕਾਰ ਸੀਗੀ ਪਾਰਟੀ ਦੀ, ਪਰ ਹੁਣ ਪੰਜਾਬ ਇੱਕ ਵੱਡਾ ਸਟੇਟ ਹੈ। ਜਾਂ ਸਰਕਾਰ ਚਲਾਉਣੀ ਨਹੀਂ ਆਉਂਦੀ, ਜਾਂ ਅਫਸਰ ਚਲਾਉਣਾ ਸਿਖਾ ਨਹੀਂ ਰਹੇ, ਜਾਂ ਅਫਸਰ ਪੰਜਾਬ ਸਰਕਾਰ ਨੂੰ ਗੁੰਮਰਾਹ ਕਰ ਰਹੇ ਹੈ, ਜਾਂ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਪੰਜਾਬ ਦੇ ਹੁਕਮਰਾਨ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਜਾਂ ਮੰਨ ਲਈਏ ਕਿ ਪੰਜਾਬ ਦੇ ਵਿੱਚ ਸੈਂਟਰ ਦੀਆਂ ਸਕੀਮਾਂ ਦੇ ਵਿੱਚ ਵੱਡੇ ਘਪਲੇ ਚੱਲ ਰਹੇ ਨੇ। ਹਾਲਾਂਕਿ ਹੁਣ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਚੱਲ ਰਿਹਾ ਉਸ 'ਤੇ ਵੀ ਕਈ ਸਵਾਲ ਨੇ। ਮੈਂ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਕਾਨੂੰਨ ਪਾਰਲੀਮੈਂਟ 'ਚ ਬਣ ਚੁੱਕਿਆ ਹੈ। ਵਿਰੋਧ ਪਹਿਲਾਂ ਕਰਨਾ ਚਾਹੀਦਾ ਸੀ ਜਦੋਂ ਪਤਾ ਪਾਰਲੀਮੈਂਟ 'ਚ ਕਾਨੂੰਨ ਆ ਰਿਹਾ, ਜਦੋਂ ਪਤਾ ਉਹਦੇ ਤੇ ਚਰਚਾ ਹੋ ਰਹੀ ਹੈ। ਪਰ ਕੀ ਜਿਵੇਂ ਬਾਕੀ ਦੇ ਵਿਧਾਨ ਸਭਾ ਦੇ ਸੈਸ਼ਨ, ਅਗਲੀ ਰਿਪੋਰਟ ਉਹੀ ਹੋਏਗੀ ਕਿ ਕਿੰਨੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਸੱਦੇ ਗਏ ਔਰ ਉਹਨਾਂ ਤੋਂ ਪੰਜਾਬ ਨੂੰ ਮਿਲਿਆ ਕੀ, ਮੈਂ ਪਾਊਂਗਾ ਥੋੜੀ ਦੇਰ ਤੱਕ। ਪਰ ਸਵਾਲ ਵੱਡਾ ਹੈ ਕਿ ਫਿਰ ਇਹ ਸੈਸ਼ਨ ਵੀ ਸਿਆਸਤ ਦੀ ਭੇਟ ਚੜ ਗਿਆ ਜਾਂ ਕੁਝ ਮਿਲੇਗਾ ਜਾਂ ਕੁਝ ਖੱਟਾਂਗੇ ਅਸੀਂ। ਸੋ ਬਹੁਤ ਸਾਰੇ ਸਵਾਲ ਨੇ ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਇਸ ਸੈਸ਼ਨ ਤੇ ਵੀ ਕੇਂਦਰ ਦੀ ਸਰਕਾਰ ਸਵਾਲ ਖੜੇ ਕਰ ਰਹੀ ਹੈ, ਕਹਿੰਦੀ ਕਿ ਪਾਰਲੀਮੈਂਟ ਦਾ ਬਣਾਇਆ ਕਾਨੂੰਨ ਜੋ ਹੁਣ ਐਮੈਂਡ ਕੀਤਾ ਹੈ ਉਹਨੂੰ ਵਿਧਾਨ ਸਭਾ ਕਿਵੇਂ ਨਕਾਰ ਸਕਦੀ ਹੈ। ਇਹ ਠੀਕ ਉਸੇ ਤਰ੍ਹਾਂ ਹੈ ਕਿ ਜੀ ਵਿਧਾਨ ਸਭਾ ਦਾ ਬਣਾਇਆ ਕਾਨੂੰਨ ਜ਼ਿਲ੍ਹੇ ਦੀਆਂ ਜਾਂ ਪਿੰਡਾਂ ਦੀਆਂ ਕਮੇਟੀਆਂ ਨਕਾਰ ਦੇਣ। ਉਹ ਵੀ ਸੁਣ ਲਓ ਕਿ ਕੁਝ ਕਹਿ ਰਹੇ। आज आश्चर्य, पंजाब में विधानसभा का एक दिन का सत्र हो रहा है और उसमें एजेंडे भी ये शामिल है कि संसद द्वारा पारित इस कानून के खिलाफ बात की जाएगी। कोई प्रस्ताव पारित करने की बात है। अब संसद में अगर कोई कानून बना है, विधानसभा में उसके खिलाफ प्रस्ताव पारित करना यह हमारे फेडरल स्ट्रक्चर, संघीय ढांचे की मूल भावना के और स्पिरिट के खिलाफ। या राज्य की विधानसभा कोई अधिनियम बनाए तो जिला पंचायत और जनपद पंचायत और ग्राम पंचायत उसका प्रस्ताव पारित करके विरोध करिए, उचित होगा। संसद द्वारा पारित कानून उसको मानने के लिए सारे राज्य हो, केंद्र हो, उनकी प्रतिबद्धता रहती है। ये पंजाब सरकार या पंजाब विधानसभा में जो बाकी दल कर रहे हैं ये अलोकतांत्रिक है, अमर्यादित है, संविधान की मूल भावना के खिलाफ है, ये अंध विरोध है। हमें तो केवल विरोध करना है, इसके लिए विरोध करेंगे। आप चर्चा में जवाब ना सुनो और प्रतिपक्ष इतना जिम्मेदार हो जाए, विशेषकर कांग्रेस, कि इतने महत्वपूर्ण बिल पर नेता प्रतिपक्षी लोकसभा से गायब रहे, संसद से गायब रहे। जब संसद में चर्चा होगी गायब रहेंगे, चर्चा का उत्तर सुनेंगे नहीं, दादागिरी करेंगे और फिर बाहर जाके ऐसा माहौल बनाएंगे कि 20 साल की योजना एक साल में, एक रात में ध्वस्त कर दी। क्या कांग्रेस ने जवाहर रोजगार योजना की जगह दूसरी योजना लेके नहीं आई? ਸੋ ਸੈਸ਼ਨ ਤੇ ਵੀ ਕਈ ਸਵਾਲ ਖੜੇ ਕੀਤੇ ਨੇ, ਪਰ ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਚਰਚਾ ਇਹ ਹੈ ਕਿ ਇੱਕ ਵੱਡਾ ਘਪਲਾ ਪੰਜਾਬ 'ਚ ਹੋਇਆ। ਹੁਣ ਇਹ ਘਪਲਾ ਹੋਇਆ ਜਾਂ ਸਿਆਸੀ ਸ਼ਗੂਫਾ ਕੇਂਦਰ ਸਰਕਾਰ ਦਾ, ਇਹ ਵੀ ਇੱਕ ਵੱਡਾ ਸਵਾਲ ਹੈ। ਔਰ ਜੇ ਕੇਂਦਰ ਦੀਆਂ ਟੀਮਾਂ ਤੋਂ ਤੁਸੀਂ ਕਿਹਾ ਕਿ ਜੀ ਜਾਂਚ ਕਰਾਈ, ਸਾਹਮਣੇ ਆਏ ਤੱਥ ਕਿ ਅਸੀਂ ਪੰਜਾਬ ਨੂੰ ਕਿਹਾ ਕਾਰਵਾਈ ਕਰੋ, ਪੰਜਾਬ ਸਰਕਾਰ ਕਾਰਵਾਈ ਨਹੀਂ ਕਰ ਰਹੀ,
ਤੇ ਭੇਜੋ ਸੀਬੀਆਈ, ਭੇਜੋ ਈਡੀ, ਕਰਾਓ ਕਾਰਵਾਈ। ਸੱਚ ਸਾਹਮਣੇ ਆਉਣਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਕਿ ਆਖਿਰਕਾਰ ਕੌਣ ਪੰਜਾਬ ਦੇ ਲੋਕਾਂ ਦੇ ਨਾਂ ਤੇ ਆਇਆ ਪੈਸਾ ਖਾ ਰਿਹਾ ਹੈ ਜਾਂ ਤੁਸੀਂ ਝੂਠ ਬੋਲ ਰਹੇ ਹੋ। ਸਵਾਲ ਵੱਡਾ ਹੈ, ਨੰਗਾ ਚਿੱਟਾ ਹੋਣਾ ਚਾਹੀਦਾ ਸਾਰਾ ਕੁਝ, ਪਰ ਸਵਾਲ ਹੈ ਕਿ ਬੋਲੇ ਕੌਣ, ਜਾਂ ਕਹਿ ਲਓ ਕਿ ਹੁਣ ਦਰਅਸਲ ਇਸ ਮਸਲੇ ਤੇ ਅਸਲੀ ਸਿਆਸਤ ਸ਼ੁਰੂ ਹੋਣੀ ਹੈ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।